ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਰਜੀਵ ਭਾਸਕਰ। ਭਾਸਕਰ ਸਾਹਿਬ ਵੈਲਕਮ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਭਾਸਕਰ ਸਾਹਿਬ, ਦੁਨੀਆ ਦੇ ਵਿੱਚ ਵੱਡੀਆਂ ਪ੍ਰਾਪਤੀਆਂ ਮੁਕਾਬਲੇ ਦੀ ਭਾਵਨਾ ਚੋਂ ਉਪਜੀਆਂ, ਔਰ ਜਿੱਥੇ ਜਿੱਥੇ ਵੀ ਹੈਲਦੀ ਮੁਕਾਬਲਾ ਹੁੰਦਾ ਹੈ ਜਾਂ ਗਹਿ ਗੱਚ ਲੜਾਈਆਂ ਹੁੰਦੀਆਂ, ਉਥੋਂ ਕੁਝ ਨਾ ਕੁਝ ਨਿਕਲਦਾ। ਪੰਜਾਬ ਸਰਕਾਰ ਦੀ ਖੜੋਤ ਚ ਪਈ ਸਰਕਾਰ 100 ਦੀ ਸਪੀਡ ਤੇ ਦੌੜਨ ਲੱਗ ਗਈ। ਸਿੱਧੂ ਔਰ ਮੁੱਖ ਮੰਤਰੀ ਚ ਐਸਾ ਮੁਕਾਬਲਾ ਬਣਿਆ, ਕੌਣ ਬਿਹਤਰ ਤੇ ਕੌਣ ਜ਼ਿਆਦਾ ਚੰਗਾ। ਇਹ ਦੌੜ ਦੇ ਵਿੱਚ ਪੰਜਾਬ ਨੂੰ ਕੁਝ ਬੈਨੀਫਿਟ ਹੁੰਦਾ ਨਜ਼ਰ ਆਉਂਦਾ ਹੈ। ਐਲਾਨ ਬਹੁਤ ਸਾਰੇ ਨੇ। ਆ ਪਿੱਛੇ ਏਜੀ ਦੀ ਜਿਸ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਨੇ ਬਲੀ ਲਈ ਆ, ਮੈਂ ਬਲੀ ਸ਼ਬਦ ਇਸ ਕਰਕੇ ਵਰਤ ਰਿਹਾ ਕਿ ਜਿਸ ਤਰੀਕੇ ਨਾਲ ਇੱਕ ਵਿਅਕਤੀ ਦੀ ਅਹੁਦੇ ਨੂੰ ਜਿਸ ਤਰੀਕੇ ਨਾਲ ਪਾਸੇ ਕੀਤਾ ਗਿਆ, ਜੇ ਇਹੀ ਸਪੀਡ ਦੇ ਵਿੱਚ ਅੱਜ ਸਿੱਧੂ ਨੂੰ ਆਂਕ ਦਿਓ ਤਾਂ ਨਸ਼ਿਆਂ ਦੇ ਮਾਮਲੇ 'ਚ ਵੀ ਕੱਟੀ ਕੱਟਾ, ਮੈਂ ਪਿਓਰ ਠੇਠ ਪੇਂਡੂ ਭਾਸ਼ਾ 'ਚ ਗੱਲ ਕਰਨ ਲੱਗਿਆ ਕਿਉਂਕਿ ਪਿੰਡ ਤੋਂ ਆਉਣਾ ਹੈ, ਨਸ਼ਿਆਂ ਦੇ ਮਾਮਲੇ 'ਚ ਵੀ ਕੱਟੀ ਕੱਟਾ ਨਿਕਲ ਜਾਣਾ ਦੇਰ ਸਵੇਰ। ਅੱਜ ਫਿਰ ਸਿੱਧੂ ਨੇ ਕਿਹਾ ਕਿ ਅਸੀਂ 4 ਹਫ਼ਤਿਆਂ 'ਚ ਨਸ਼ਾ ਮੁਕਾਉਣ ਦੀ ਵਾਅਦੇ ਨਾਲ ਆਏ ਆ ਤੇ ਅੱਜ 5 ਸਾਲ ਪੂਰੇ ਹੋਣ ਨੂੰ ਆ, ਕਿਹੜੇ ਮੂੰਹ ਨਾਲ ਅੱਗੇ ਵਧਾਂਗੇ। ਆ ਜਿਹੜੀ STF ਦੀ ਰਿਪੋਰਟ ਆ, ਜਿਹੜੀ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਕਾਰਵਾਈ ਲਈ ਦਿੱਤੀ, ਐਕਸ਼ਨ ਟੇਕਨ ਰਿਪੋਰਟ ਲਈ, ਉਹਦੇ ਉੱਤੇ ਜੇ 2018 ਔਨਵਰਡ ਕਾਰਵਾਈ ਨਹੀਂ ਹੋਈ ਤਾਂ ਕਿਹੜੇ ਮੂੰਹ ਨਾਲ ਤੁਰਦੇ ਆ। ਇਹਦੇ ਤੇ FIR ਕਿਉਂ ਨਹੀਂ ਕਰ, ਇਹਨੂੰ ਜਨਤਕ ਕਰੀਏ, ਇਹਦੇ ਤੇ FIR ਕਰੀਏ, ਇਹਦੀ ਟਾਈਮ ਬਾਉਂਡ ਇਨਵੈਸਟੀਗੇਸ਼ਨ ਕਿਉਂ ਨਾ ਹੋਵੇ, ਤੇ ਜੇ ਕੋਈ ਵੱਡੀਆਂ ਮੱਛੀਆਂ ਨੇ ਤਾਂ ਫੜ ਕੇ ਅੰਦਰ ਕਿਉਂ ਨਾ ਦਿੱਤੀਆਂ ਜਾਣ। ਮੈਂ ਇੱਕ ਵਾਰੀ ਫਿਰ ਜਿਹੜੇ 18 ਨਵੰਬਰ ਨੂੰ ਜਿਹੜੀ ਹਾਈ ਕੋਰਟ ਦੇ ਵਿੱਚ ਮਾਣਯੋਗ ਉੱਚ ਅਦਾਲਤ ਵਿੱਚ ਹੋਣ ਵਾਲੀ ਸੁਣਵਾਈ, ਉਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦੇ ਲੜੀਵਾਰ ਟਵੀਟ ਲਗਭਗ 4 ਤੋਂ ਜ਼ਿਆਦਾ, ਜਿਹਦੇ ਵਿੱਚ ਪੰਜਾਬ ਦੀ ਨਸ਼ਿਆਂ 'ਚ ਸਥਿਤੀ ਨੂੰ ਲੈ ਕੇ ਵੀ ਗੱਲ ਕੀਤੀ ਗਈ ਆ ਤੇ ਉਸ ਤੋਂ ਪਹਿਲਾਂ ਦੇ ਘਟਨਾਕ੍ਰਮ ਬਾਰੇ ਤੇ ਸਖਤ ਰੁਖ ਵੀ ਅਪਣਾਇਆ ਗਿਆ ਕਿ ਨਵਜੋਤ ਸਿੰਘ ਸਿੱਧੂ ਇੱਕ ਵਾਰੀ ਫਿਰ ਲੀਕ ਖਿੱਚ ਕੇ ਲੜਾਈ ਲੜਨ ਦੇ ਮੂਡ 'ਚ ਆ ਗਿਆ। ਭਾਵੇਂ ਇਸ ਮਾਮਲੇ ਦੇ ਵਿੱਚ ਇੱਕ ਵਕੀਲ ਵੱਲੋਂ, ਇੱਕ ਐਡਵੋਕੇਟ ਬਾਜਵਾ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਕੋਰਟ ਦੇ ਵਿੱਚ ਘੜੀਸਣ ਦਾ ਪੂਰਾ ਮਨ ਬਣਾਇਆ ਹੋਇਆ, ਕ੍ਰਿਮੀਨਲ ਕੰਟੈਂਪਟ ਆਫ ਕੋਰਟ ਦਾ ਜ਼ਿਕਰ ਆਇਆ ਵਾ, ਨਵਜੋਤ ਸਿੰਘ ਸਿੱਧੂ ਘਿਰਦੇ ਵੀ ਨਜ਼ਰ ਆਉਂਦੇ ਆ, ਪਰ ਲੜਾਈ ਬੜੀ ਸਖਤ ਦੌਰ 'ਚ ਦਾਖਲ ਹੋ ਗਈ ਆ। ਮੈਨੂੰ ਇੰਜ ਲੱਗਦਾ ਕਿ ਸਿੱਧੂ ਮੈਂ ਨਾ ਮਾਨੂ ਦੀ ਰੱਟ ਤੇ ਆ ਔਰ ਨਸ਼ਿਆਂ ਦੇ ਮਾਮਲੇ 'ਚ ਇੱਕ ਵਾਰੀ ਆਰ ਪਾਰ ਦੀ ਲੜਾਈ ਲੜਨ ਦੇ ਮੂਡ 'ਚ ਆ। ਪੰਜਾਬ ਸਰਕਾਰ ਨੂੰ ਇਹ ਉਹਦੀ ਅਣਸਰ ਦੀ ਲੋੜ ਹੋਊਗੀ, ਇਹਦੇ ਤੇ ਫੈਸਲਾ ਲੈਣਾ ਪਊਗਾ। ਭਾਸਕਰ ਸਾਹਿਬ, ਸਭ ਤੋਂ ਪਹਿਲਾਂ ਮੈਨੂੰ ਉਹ ਲੜੀਵਾਰ, ਉਹ ਸਿਲਸਿਲੇਵਾਰ, ਉਹ ਟਵੀਟ, ਉਹ ਤੱਥ, ਉਹ ਗੱਲਾਂ ਜਿਹੜੀਆਂ ਇੱਕ ਵਾਰੀ ਫਿਰ ਸਿੱਧੂ ਨੇ ਕੀਤੀਆਂ, ਉਸ ਵੇਲੇ ਜਦੋਂ ਉਹਨਾਂ ਦੇ ਖਿਲਾਫ ਇਹਨਾਂ ਟਵੀਟਾਂ ਨੂੰ ਲੈ ਕੇ ਇੱਕ ਕੰਟੈਂਪਟ ਪਾਈ ਗਈ ਆ, ਕ੍ਰਿਮੀਨਲ ਕੰਟੈਂਪਟ ਦਾ ਪਟੀਸ਼ਨ ਦਾਇਰ ਕੀਤੀ ਗਈ ਆ, ਜਿਹੜੀ ਏਜੀ ਹਰਿਆਣਾ ਕੋਲ ਲੰਬਿਤ ਪਈ ਆ, ਜਿਹਦੀ ਅਗਲੀ ਤਰੀਕ ਤੈਅ ਕੀਤੀ ਗਈ ਆ। ਮੈਨੂੰ ਇਹ ਦੱਸਿਓ ਕਿ ਸਿੱਧੂ ਨਹੀਂ ਟਲਦੇ ਔਰ ਸਿੱਧੂ ਨੇ ਇੱਕ ਵਾਰੀ ਫਿਰ ਆਪਣਾ ਸਟੈਂਡ ਸਾਫ਼ ਕਰਤਾ ਹੈ ਕਿ ਇਹ ਲੜਾਈ ਆ ਔਰ ਇਹ ਲੜਾਈ ਲੜੇ ਬਿਨਾ ਗੁਜ਼ਾਰਾ ਨਹੀਂ। ਤੁਸੀਂ ਸਿੱਧੂ ਨੂੰ ਕਿਵੇਂ ਝੂਠਾ ਪਾਓਗੇ? ਜੇ ਇਹਦੇ 'ਚ ਕੁਝ ਨਹੀਂ ਨਿਕਲਦਾ ਤਾਂ ਵੱਖਰੀ ਗੱਲ ਆ, ਅਦਰਵਾਈਜ਼ ਇਹ ਮਾਮਲੇ ਲਟਕਣ ਕਿਉਂ? ਜੇ ਪੰਜਾਬ ਸਰਕਾਰ ਦੇ ਅਧਿਕਾਰ ਖੇਤਰ 'ਚ ਆਉਂਦੇ ਆ, ਉਹਦੇ ਤੇ ਕੋਈ ਪਾਬੰਦੀ ਨਹੀਂ, ਅਦਾਲਤਾਂ ਦਾ ਕੋਈ ਚੈੱਕ ਨਹੀਂ, ਕਿਸੇ ਤਰ੍ਹਾਂ ਦਾ ਕਿਸੇ ਨੇ ਬਾਹ ਨਹੀਂ ਮਰੋੜੀ, ਤਾਂ ਫਿਰ ਕੀ ਮਜਬੂਰੀ ਆ ਕਿ ਤੁਸੀਂ ਉਹ ਰਿਪੋਰਟਾਂ ਜਨਤਕ ਕਿਉਂ ਨਹੀਂ ਕਰਦੇ ਜਾਂ ਉਹਨਾਂ ਦੇ ਉੱਤੇ ਐਕਸ਼ਨ ਕਿਉਂ ਨਹੀਂ ਲੈ ਰਹੇ? ਆ ਜਦੋਂ ਇਲੈਕਸ਼ਨ ਦੇ ਵਿੱਚ ਤੁਸੀਂ ਜਾਣਾ ਹੈ ਤਾਂ ਪਹਿਲਾਂ 4.5 ਪੌਣੇ 5 ਸਾਲ ਪਹਿਲਾਂ ਤੁਸੀਂ ਵਾਅਦਾ ਕਰਕੇ ਆਏ ਸੀ ਨਸ਼ਿਆਂ ਦਾ ਲੱਕ ਤੋੜਾਂਗੇ, ਨਸ਼ੇ ਅੱਗੇ ਨਾਲੋਂ ਵਧੇ ਆ, ਇਹ ਅੰਕੜੇ ਦਿੱਤੇ ਜਾ ਰਹੇ ਆ। ਮੈਨੂੰ ਸਭ ਤੋਂ ਪਹਿਲਾਂ ਦੱਸਿਓ ਕਿ ਸਿੱਧੂ ਕਹਿ ਕੀ ਰਹੇ ਆ, ਭਾਵਨਾ ਕੀ ਆ, ਜਜ਼ਬਾ ਕਿੰਨਾ, ਅੰਦਰ ਅੱਗ ਕਿੰਨੀ ਕਾ, ਜਾਂ ਮਹਿਜ ਖਾਨਾ ਪੂਰਤੀ ਆ? ਕੀ ਕਹਿੰਦੇ ਹੋ? ਦੇਖੋ, ਸਿੱਧੂ ਉਹਨਾਂ ਦੇ ਅੰਦਰ ਅੱਗ ਤੇ ਪੂਰੀ ਹੈ ਜੀ। ਅੱਜ ਦੀ ਲੜੀਵਾਰ ਟਵੀਟ ਦੇ ਵਿੱਚ ਔਰ ਪਿਛਲੇ ਦਿਨੋਂ ਜਦ ਕੋਰਟ ਦੇ ਵਿੱਚ ਡੇਟ ਹੁੰਦੀ ਸੀ, ਉਸ ਦਿਨ ਜਾਂ ਉਸ ਤੋਂ ਇੱਕ ਦਿਨ ਪਹਿਲੇ ਨਵਜੋਤ ਸਿੰਘ ਸਿੱਧੂ ਉਹਨਾਂ ਹਮੇਸ਼ਾ ਲੜੀਵਾਰ ਟਵੀਟ ਕਰਦੇ ਰਹੇ ਨੇ, ਪਰ ਅੱਜ ਦੇ ਲੜੀਵਾਰ ਟਵੀਟ ਦੇ ਵਿੱਚ ਇੱਕ ਫਰਕ ਹੈ। ਅੱਜ ਉਹ ਸਰਕਾਰ ਨੂੰ ਨਿਸ਼ਾਨਾ ਬਣਾ ਰਹੇ ਨੇ, ਨਿਸ਼ਾਨਾ ਨਹੀਂ ਕਹਿ ਸਕਦੇ ਤੇ ਘੱਟ ਤੋਂ ਘੱਟ ਸਰਕਾਰ ਨੂੰ ਇੱਕ ਅਪੀਲ ਕਰ ਰਹੇ ਨੇ ਕਿ ਉਹ ਰਿਪੋਰਟ ਜਨਤਕ ਕਿਉਂ ਨਹੀਂ ਕਰਦੇ। ਉਹ ਸ਼ੁਰੂ ਹੁੰਦੇ ਨੇ 2017 ਦੇ ਇਲੈਕਸ਼ਨ ਦੇ ਦੌਰ ਤੋਂ, ਜਦੋਂ ਡਰੱਗ ਇੱਕ ਬਹੁਤ ਵੱਡਾ ਮੁੱਦਾ ਬਣਿਆ ਸੀਗਾ। ਤੁਹਾਨੂੰ ਯਾਦ ਹੋਏਗਾ ਉਹਨਾਂ ਦਿਨਾਂ 'ਚ ਇੱਕ ਮੂਵੀ ਆਈ ਸੀ ਉੜਦਾ ਪੰਜਾਬ, ਔਰ ਉੜਦਾ ਪੰਜਾਬ ਦੇ ਉੱਤੇ ਰੋਕ ਲਾਉਣ ਦੀ ਕੋਸ਼ਿਸ਼ ਕੀਤੀ ਸੀ ਅਕਾਲੀ ਦਲ ਨੇ, ਔਰ ਦੂਜੀ ਆਪੋਜੀਸ਼ਨ ਪਾਰਟੀਆਂ ਸਮੇਤ ਕਾਂਗਰਸ ਸਮੇਤ ਆਮ ਆਦਮੀ ਪਾਰਟੀ, ਇਹਨਾਂ ਨੇ ਇਹ ਇਸ਼ੂ ਬਣਾਇਆ ਸੀਗਾ ਕਿ ਉੜਦਾ ਪੰਜਾਬ ਨੂੰ ਕਿਉਂ ਰੋਕਿਆ ਜਾ ਰਿਹਾ ਹੈ। ਪਰ ਹੁਣ ਤੇ 5 ਸਾਲ ਹੋ ਗਏ, ਪੌਣੇ 5 ਸਾਲਾਂ ਦੇ ਵਿੱਚ ਭਾਵੇਂ ਕੈਪਟਨ ਅਮਰਿੰਦਰ ਸਿੰਘ ਨੇ ਕਈ ਵਾਰ ਲੱਕ ਤੋੜਨ ਦੀ ਗੱਲ ਕੀਤੀ ਹੈ ਔਰ ਇਹ ਕਲੇਮ ਵੀ ਕੀਤਾ ਹੈ ਕਿ ਅਸੀਂ ਲੱਕ ਤੋੜਤਾ। ਹੁਣ ਗੱਲ ਕਰੀਏ ਲੜੀਵਾਰ ਟਵੀਟ ਦੀ।
ਤੇ ਅੱਜ ਉਹ ਕਹਿੰਦੇ ਨੇ ਕਿ 2017 ਦੇ ਵਿੱਚ ਜਿਨ੍ਹਾਂ ਮੁੱਦਿਆਂ ਦੇ ਉੱਤੇ ਆਪਾਂ ਇਲੈਕਸ਼ਨ ਲੜ ਕੇ ਜਿੱਤੇ ਸੀ, ਸਰਕਾਰ ਬਣਾਈ ਸੀ, ਅੱਜ ਵੀ ਉਹਨਾਂ ਮੁੱਦਿਆਂ ਦੇ ਉੱਤੇ ਉਦਾਂ ਹੀ ਖੜੇ ਆ। ਕੋਰਟ ਨੇ ਵੀ ਡਰੱਗ ਦੇ ਮੁੱਦਿਆਂ ਦੇ ਉੱਤੇ ਕਈ ਵਾਰ ਟਿੱਪਣੀਆਂ ਕੀਤੀ ਹੈ ਕਿ ਪੰਜਾਬ ਪੁਲਿਸ ਜਾਂ ਪੰਜਾਬ ਸਰਕਾਰ ਡਰੱਗ ਦੇ ਮੁੱਦਿਆਂ ਨੂੰ, ਡਰੱਗ ਦੇ ਕੇਸਿਸ ਨੂੰ ਲੌਜੀਕਲ ਕਨਕਲੂਜਨ ਤੇ ਨਹੀਂ ਲੈ ਕੇ ਜਾਂਦੀ, ਔਰ ਇੱਥੇ ਤੱਕ ਕਿਹਾ ਸੀਗਾ ਕਿ ਕਈ ਵਾਰ ਇਹ ਦੇਖਿਆ ਗਿਆ ਕਿ ਪ੍ਰੋਟੈਕਟ ਕਰਦੀ ਹੈ। ਜਦ 12,000 ਕੈਪਸੂਲ ਫੜੇ ਗਏ ਸੀਗੇ ਤੇ ਹਾਈ ਕੋਰਟ ਨੇ ਹੀ ਇਹ ਇਨਕੁਆਇਰੀ, ਇਹ ਇਨਵੈਸਟੀਗੇਸ਼ਨ CBI ਨੂੰ ਦਿੱਤੀ ਸੀ ਕਿ ਪੰਜਾਬ ਪੁਲਿਸ ਤੇ ਭਰੋਸਾ ਨਹੀਂ ਹੈ, ਕਿਉਂਕਿ ਉਹ ਨਸ਼ੇ ਦੇ ਵੱਡੇ ਜਿਹੜੇ ਤਸਕਰ ਹੈਗੇ ਨੇ, ਕਾਰੋਬਾਰੀ ਹੈਗੇ ਨੇ, ਉਹਨਾਂ ਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਸ ਗੱਲ ਦਾ ਹਵਾਲਾ ਦਿੰਦੇ ਹੋਏ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਅੱਜ ਟਵੀਟ ਦੇ ਵਿੱਚ ਕਿਹਾ ਕਿ ਕਿਉਂ ਨਹੀਂ ਪੰਜਾਬ ਸਰਕਾਰ ਜਨਤਕ ਕਰਦੀ ਉਹ ਰਿਪੋਰਟ, ਉਹ STF ਦੀ ਰਿਪੋਰਟ ਜਿਹੜੀ ਸਰਕਾਰ ਨੂੰ ਹੀ ਸੌਂਪੀ ਸੀ, ਔਰ ਕਿਹਾ ਜਾਂਦਾ ਹੈ ਕਿ ਉਹਦੇ ਉੱਤੇ ਸਰਕਾਰ ਨੇ ਐਕਸ਼ਨ ਟੇਕਨ ਰਿਪੋਰਟ ਵੀ ਕੋਰਟ ਦੇ ਵਿੱਚ ਸਬਮਿਟ ਕਰਤੀ ਸੀ। ਹੁਣ ਉਸ STF ਦੀ ਰਿਪੋਰਟ ਵਿੱਚ ਜਿਹੜੀ ਗੱਲ ਅੱਜ ਤੱਕ ਜਨਤਕ ਹੋਈ ਹੈ, ਇਹ ਗੱਲ ਮੰਨੀ ਗਈ ਸੀ ਕਿ ਅਕਾਲੀ ਲੀਡਰ ਦੇ ਖਿਲਾਫ ਪ੍ਰਾਈਮਾ ਫੇਸੀ ਸਬੂਤ ਪਾਏ ਗਏ ਔਰ ਅੱਗੇ ਚੱਲ ਕੇ ਇਨਵੈਸਟੀਗੇਸ਼ਨ ਦੀ ਲੋੜ ਹੈ। ਜੇ ਵਾਕਈ ਇਹ ਸਹੀ ਗੱਲ ਹੈਗੀ ਹੈ, ਜਿਹੜੀ ਰਿਪੋਰਟ ਲੀਕ ਹੋਈ ਹੈ ਉਹਦੇ ਵਿੱਚ ਇਹ ਗੱਲ ਲਿਖੀ ਹੋਈ ਹੈ, ਤੇ ਫਿਰ ਉਹ ਐਕਸ਼ਨ ਟੇਕਨ ਰਿਪੋਰਟ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਕੋਰਟ ਦੇ ਵਿੱਚ ਦਿੱਤੀ ਸੀ, ਉਹਦੇ ਵਿੱਚ ਜਾਂ ਤੇ ਉਸ ਅਕਾਲੀ ਲੀਡਰ ਨੂੰ ਕਲੀਨ ਚਿੱਟ ਦਿੱਤੀ ਹੋਏਗੀ ਜਾਂ ਫਿਰ ਉਹਦੇ ਖਿਲਾਫ ਇਨਵੈਸਟੀਗੇਸ਼ਨ ਕਰਨ ਦੀ ਕਾਰਵਾਈ ਦੀ ਸ਼ੁਰੂਆਤ ਕੀਤੀ ਹੋਏਗੀ। ਇਹਨਾਂ ਦੋਨੋਂ ਕੰਮਾਂ ਦੇ ਵਿੱਚ ਇੱਕ ਵੀ ਕੰਮ ਅੱਜ ਤੱਕ ਨਹੀਂ ਹੋਇਆ, ਤੇ ਇਹ ਬੰਦ ਲਿਫਾਫੇ ਖੁੱਲ੍ਹਣੇ ਇਸ ਕਰਕੇ ਵੀ ਜ਼ਰੂਰੀ ਹੈ ਕਿ ਸਰਕਾਰ ਨੇ ਐਕਸ਼ਨ ਟੇਕਨ ਦੀ ਰਿਪੋਰਟ ਵਿੱਚ ਕੀ ਲਿਖਿਆ ਸੀਗਾ, ਔਰ STF ਦੀ ਰਿਪੋਰਟ ਦੇ ਵਿੱਚ ਸਾਰੀ ਗੱਲਾਂ ਹੋਣ ਦੇ ਬਾਵਜੂਦ ਵੀ ਉਹ FIR ਜਿਹਦੀ ਮੰਗ ਅੱਜ ਲੜੀਵਾਰ ਟਵੀਟ ਦੇ ਵਿੱਚ ਨਵਜੋਤ ਸਿੰਘ ਸਿੱਧੂ ਕਰਦੇ ਨਜ਼ਰ ਆਉਂਦੇ ਨੇ, ਉਹ FIR ਦਰਜ ਕਿਉਂ ਨਹੀਂ ਹੋਈ, ਫਰਦਰ ਇਨਵੈਸਟੀਗੇਸ਼ਨ ਕਿਉਂ ਨਹੀਂ ਹੋਈ। ਅੱਜ ਵੀ ਸਿੱਧੂ ਉਹਨਾਂ ਟਾਈਮ ਬਾਉਂਡ ਇਨਵੈਸਟੀਗੇਸ਼ਨ ਦੀ ਮੰਗ ਕਰਦੇ ਨੇ, ਜੋ ਕੁਝ ਵੀ ਗਲਤ ਨਹੀਂ ਹੈਗਾ। ਔਰ ਕੋਰਟ ਨੇ ਵੀ ਇਸ ਗੱਲ ਦੀ ਟਿੱਪਣੀ ਕੀਤੀ ਸੀਗੀ ਕਿ ਉਹਨਾਂ ਨੂੰ ਕੋਈ ਇਤਰਾਜ਼ ਨਹੀਂ, ਉਹਨਾਂ ਨੇ ਕਿਸੇ ਤਰੀਕੇ ਦਾ ਇਹਨਾਂ ਬੰਦ ਲਿਫਾਫਿਆਂ ਨੂੰ ਖੋਲਣ ਦੇ ਉੱਤੇ ਸਰਕਾਰ ਦੇ ਉੱਤੇ ਰੋਕ ਨਹੀਂ ਲਾਈ। ਏਦਾਂ ਦੇ ਹਾਲਾਤ ਜੀ ਭਾਸਕਰ ਸਾਹਿਬ ਤੁਹਾਨੂੰ ਯਾਦ ਹੋਵੇ ਐਡਵੋਕੇਟ ਨਵਕਿਰਨ ਸਿੰਘ, ਜਿਹੜੇ ਕਿ ਖਾਸ ਤੌਰ ਤੇ ਵਕੀਲ ਹਲਕਿਆਂ ਦੇ ਵਿੱਚ ਅਦਾਲਤੀ ਗਲਿਆਰਿਆਂ ਦੇ ਵਿੱਚ ਇੱਕ ਵਧੀਆ ਨਾਂ ਹੈ, ਸਾਫ਼ ਸੁਥਰਾ ਨਾਂ ਹੈ, ਉਹਨਾਂ ਨੇ ਪਿੱਛੇ ਜੇ ਕੁਝ ਇੰਟਰਵਿਊਜ਼ ਦਿੱਤੀਆਂ, ਮੈਂ ਵਿਸਥਾਰਤ ਇੰਟਰਵਿਊ ਸੁਣੀਆਂ, ਜਿਹਦੇ ਵਿੱਚ ਉਹਨਾਂ ਕਿਹਾ ਸੀਗਾ ਕਿ ਅਦਾਲਤ ਦੇ ਅੰਦਰ ਇਹ ਜ਼ਿਕਰ ਹੋਇਆ ਕਿ ਕੋਈ ਤਾਂ ਰੋਕ ਹੈ ਹੀ ਨਹੀਂ, ਅਸੀਂ ਤਾਂ ਕਿਸੇ ਨੂੰ ਵੀ ਕੋਈ ਗੱਲ ਕਰਨ ਤੋਂ ਰੋਕਿਆ ਨਹੀਂ, ਸੋ ਉਹ ਕਿਉਂ ਨਹੀਂ ਗਵਰਨਮੈਂਟ ਕਰ ਰਹੀ, ਇਹ ਐਡਵੋਕੇਟ ਨਵਕਿਰਨ ਸਿੰਘ ਨੇ ਵੀ ਸਵਾਲ ਉਠਾਏ ਸੀ। ਦੂਜੀ ਗੱਲ, ਸਭ ਤੋਂ ਅਹਿਮ ਸਵਾਲ, ਕਿਉਂਕਿ ਆਪਾਂ ਮੀਡੀਆ ਦੇ ਖੇਤਰ 'ਚ ਐ ਤੇ ਸਾਡੀ ਸਾਰਿਆਂ ਨਾਲ ਸਾਂਝ, ਤੁਹਾਡੀ ਮੇਰੀ, ਤੁਸੀਂ ਜਲੰਧਰ 'ਚ ਰਹਿੰਦੇ ਹੋ, ED ਦਾ ਮੇਨ ਦਫ਼ਤਰ ਜਲੰਧਰ ਦੇ ਵਿੱਚ ਆ, ਤਤਕਾਲੀ ਜਿਹੜੇ ਅਫਸਰ ਨੇ, ਜਿਹੜੇ ਜੁਆਇੰਟ ਡਾਇਰੈਕਟਰ ਰਿਟਾਇਰ ਹੋਏ ਸਰਦਾਰ ਨਰਿੰਜਨ ਸਿੰਘ, ਡਿਪਟੀ ਡਾਇਰੈਕਟਰ, ਸੋ ਸਰਦਾਰ ਨਰਿੰਜਨ ਸਿੰਘ ਰਿਟਾਇਰ ਹੋ ਗਏ, ਲੇਕਿਨ ਇੱਕ ਸਿਲਸਿਲਾ ਬਣਿਆ ਰਿਹਾ ਉਹਨਾਂ ਦਾ ਅਦਾਲਤਾਂ 'ਚ ਅਪੀਅਰ ਹੋਣ ਦਾ। ਉਹ ਅਦਾਲਤੀ ਮਿੱਤਰ ਵਾਂਗ ਵੀ ਨਸ਼ਿਆਂ ਦੇ ਮਾਮਲੇ 'ਚ ਰਹੇ। ਅਦਾਲਤ ਵਿੱਚ ਉਹਨਾਂ ਦੀਆਂ ਇੰਨੀਆਂ ਕੁ ਰਿਪੋਰਟਾਂ ਸਬਮਿਟ ਹੋਈਆਂ, ਔਰ ਜਿਹੜੀ STF ਦੀ ਰਿਪੋਰਟ ਹੈ ਸਰਦਾਰ ਹਰਪ੍ਰੀਤ ਸਿੰਘ ਸਿੱਧੂ ਦੀ, ਉਹ ਵੀ ਬੜੇ ਕਾਬਲ ਅਫਸਰ ਮੰਨੇ ਗਏ। ਕੈਪਟਨ ਅਮਰਿੰਦਰ ਸਿੰਘ ਨੇ ਤਲਾਸ਼ ਕੇ ਲਿਆਂਦੇ ਸੀਗੇ, ਸਭ ਤੋਂ ਬਿਹਤਰ ਅਫਸਰ ਦੇ ਰੂਪ 'ਚ ਉਹਨਾਂ ਨੂੰ ਲਿਆਂਦਾ ਗਿਆ ਸੀ। ਸਰਦਾਰ ਹਰਪ੍ਰੀਤ ਸਿੰਘ ਸਿੱਧੂ ਮੰਨੇ ਵੀ ਗਏ ਸੀ ਕਿ ਜਦੋਂ ਕਾਰਵਾਈ ਕਰਦੇ ਆ ਟੈ ਨਹੀਂ ਮੰਨਦੇ ਕਿਸੇ ਦੀ, ਲੇਕਿਨ ਉਹਨਾਂ ਵੱਲੋਂ ਵੀ ਜਿਹੜੀ ED ਦੀ ਰਿਪੋਰਟ ਦੇ ਆਧਾਰ ਤੇ ਰਿਪੋਰਟ ਤਿਆਰ ਕੀਤੀ ਗਈ, ਜਿਹਨੂੰ STF ਦੀ ਰਿਪੋਰਟ ਆਖ ਰਹੇ, ਉਹ ED ਦੀ ਰਿਪੋਰਟ ਦੇ ਆਧਾਰ ਤੇ ਹੀ ਤਿਆਰ ਕੀਤੀ ਗਈ ਆ, ਔਰ ED ਦੀ ਇਨਵੈਸਟੀਗੇਸ਼ਨ ਕਈ ਪੱਧਰਾਂ ਤੇ ਹੋਈ ਆ। ਔਰ ਇਹ ਬੜਾ ਵੱਡਾ ਸਵਾਲ, ਅਸੀਂ ਕਿਸੇ ਦਾ ਅੱਜ ਨਾਂ ਨਹੀਂ ਲੈ ਰਹੇ ਕਿਉਂਕਿ ਹੁਣ ਕੋਰਟ ਦੇ ਵਿੱਚ ਇਹ ਮਾਮਲਾ ਬਹੁਤ ਹੌਟ ਹੋ ਗਿਆ, ਉਹ ਸੁਣਵਾਈ ਲਈ ਲੱਗਿਆ ਹੋਇਆ, ਸਾਨੂੰ ਕੋਈ ਰਾਈਟ ਨਹੀਂ ਕਿ ਅਸੀਂ ਇਹਦੇ 'ਚ ਇੱਕ ਲਫ਼ਜ਼ ਵੀ ਪਾਈਏ, ਲੇਕਿਨ ਜੋ ਵਾਪਰ ਰਿਹਾ ਉਹਨਾਂ ਘਟਨਾਕ੍ਰਮਾਂ ਤੇ, ਕਿਉਂਕਿ ਅਸੀਂ ਸਮਾਜਿਕ ਜੀਵ ਹੈ ਔਰ ਸਮਾਜ ਵਿੱਚ ਵਾਪਰਦੀਆਂ ਚੀਜ਼ਾਂ ਸਾਨੂੰ ਅਸਰਅੰਦਾਜ਼ ਕਰਦੀਆਂ ਨੇ। ਸੋ ਮੇਰਾ ਸਾਫ਼ ਮੰਨਣਾ ਹੈ ਕਿ ਇਹਦਾ ਮਤਲਬ ਨਵਜੋਤ ਸਿੰਘ ਸਿੱਧੂ ਕੋ ਉਹ ਰਿਪੋਰਟਾਂ ਕਿਵੇਂ ਨਾ ਕਿਵੇਂ ਹੋਣਗੀਆਂ। ਉਹ ਸਾਰੇ ਅਫਸਰ, ਜਿਹੜੇ ਅਫਸਰ ਵੱਖ-ਵੱਖ ਪੱਧਰਾਂ ਤੇ ਤਹਿਕੀਕਾਤ ਕਰਦੇ ਰਹੇ, ਇਨਵੈਸਟੀਗੇਸ਼ਨ ਦਾ ਹਿੱਸਾ ਰਹੇ ਆ, ਨੋ ਡਾਊਟ ਉਹ ਵੀ ਸਮਾਜਿਕ ਜੀਵ ਨੇ, ਵੱਡੇ ਲੋਕਾਂ ਨੂੰ ਉਹ ਰਿਪੋਰਟਾਂ ਮਿਲ ਜਾਂਦੀਆਂ ਨੇ, ਔਰ ਜਿਹੜੇ ਸਰਕਾਰਾਂ ਦਾ ਹਿੱਸਾ ਹੋਣ ਉਹਨਾਂ ਨੂੰ ਗੈਰ ਰਸਮੀ ਤੌਰ ਤੇ ਵੀ ਇਹ ਚੀਜ਼ਾਂ ਮਿਲ ਜਾਂਦੀਆਂ ਹੋਣਗੀਆਂ। ਜੇ ਸਿੱਧੂ ਕੁਝ ਕਹਿ ਰਹੇ ਆ, ਉਹਨਾਂ ਕੋਲ ਉਹਨਾਂ ਚੀਜ਼ਾਂ ਬਾਰੇ ਜਾਣਕਾਰੀ ਹੋਊਗੀ। ਉਹ ਸਰਕਾਰ ਦੇ ਵਿੱਚ ਸਭ ਤੋਂ ਉੱਪਰ ਨੇ। ਜਦੋਂ ਚੰਨੀ ਸਾਹਿਬ ਸਰਕਾਰ ਬਣਨ ਤੋਂ ਤੁਰੰਤ ਬਾਅਦ ਪਹਿਲੀ ਪ੍ਰੈਸ ਕਾਨਫਰੰਸ ਮੁੱਖ ਮੰਤਰੀ ਦਾ ਹਲਫ ਲੈਣ ਤੋਂ ਬਾਅਦ ਕਰਦੇ ਆ, ਤਾਂ ਉਹ ਕਹਿੰਦੇ ਸੀਗੇ ਕਿ ਅਸੀਂ ਆਪਣੀ ਪਾਰਟੀ ਦੀ ਡਾਇਰੈਕਸ਼ਨ ਥੱਲੇ ਸਰਕਾਰ ਚਲਾਵਾਂਗੇ। ਭਾਵੇਂ ਸੰਵਿਧਾਨਕ ਸਹੁੰ ਦੇ ਵਿੱਚ ਕਿਹਾ ਜਾਂਦਾ ਹੈ ਕਿ ਅਸੀਂ ਉਹ ਭੇਤ ਗੁਪਤ ਰੱਖਾਂਗੇ, ਕਿਸੇ ਨਾਲ ਵੀ ਢਿੱਡ ਦੀ ਗੱਲ ਜਾਂ ਫਾਈਲਾਂ ਦੀ ਗੱਲ ਨਹੀਂ ਕਰਾਂਗੇ, ਪਰ
ਸਾਰੇ ਜਾਣਦੇ ਆ ਕਿ ਹੋ ਸਕਦਾ ਇਹ ਸਿੱਧੂ ਸਾਹਿਬ ਦੇ ਆਧਾਰ ਮਜ਼ਬੂਤ ਹੋਣ, ਕੋਈ ਵੱਡੇ ਨਾਂ ਵਿੱਚ ਹੋਣ, ਇਨਵੈਸਟੀਗੇਸ਼ਨ ਮੰਗਦੇ ਹੋਣ। ਹੋ ਸਕਦਾ ਕਿ ਨਵਜੋਤ ਸਿੰਘ ਸਿੱਧੂ ਦੇ ਜਿਹੜੇ ਵੀ ਫਿਕਰ ਨੇ ਉਹਨਾਂ ਫਿਕਰਾਂ ਦੇ ਵਿੱਚੋਂ ਪੰਜਾਬ ਦੀ ਕੋਈ ਤਕਦੀਰ ਬਦਲਦੀ ਹੋਵੇ। ਗੱਲ ਸਿਰਫ ਭਾਸਕਰ ਸਾਹਿਬ ਇੰਨੀ ਆ ਕਿ ਸਿੱਧੂ ਜੋ ਕਹਿ ਰਹੇ ਆ ਉਹ ਉਸ ਵੇਲੇ ਦੀਆਂ ਜਾਂਚਾਂ, ਉਸ ਵੇਲੇ ਦੀਆਂ ਰਿਪੋਰਟਾਂ, ਉਸ ਵੇਲੇ ਦੇ ਘਟਨਾਕ੍ਰਮ, ਉਹਨਾਂ ਤੇ ਜੇ ਕੇਂਦਰਿਤ ਆ। ਸਰਕਾਰਾਂ ਚੁੱਪ ਕਿਉਂ ਨੇ? ਪਹਿਲਾਂ ਕੈਪਟਨ ਸਾਹਿਬ ਚੁੱਪ ਰਹੇ, ਉਸ ਤੋਂ ਪਹਿਲਾਂ ਬਾਦਲ ਕੇ ਚੁੱਪ ਰਹੇ, ਹੁਣ ਚੰਨੀ ਸਾਹਿਬ ਅਜੇ ਸਿਰਫ ਅਦਾਲਤ ਵੱਲ ਵੇਖ ਰਹੇ ਆ, ਕਿਉਂਕਿ ਜਿਹੜੇ ਏਜੀ ਹਟਾਏ ਗਏ ਆ, ਦਿਓਲ ਸਾਹਿਬ ਉਹਨਾਂ ਨੇ ਵੀ ਕਿਹਾ ਸੀ ਕਿ ਇਹ ਐਥੀਕਲੀ ਠੀਕ ਨਹੀਂ ਹੋਊਗਾ ਕਿ ਕੋਰਟ 'ਚ ਕੇਸ ਚੱਲਦਾ ਹੋਵੇ ਤੇ ਅਸੀਂ ਰਿਪੋਰਟਾਂ ਜਨਤਕ ਕਰ ਦਈਏ। ਹੁਣ ਸਿੱਧੂ ਸਾਹਿਬ ਨੇ ਜਿਹੜਾ ਜ਼ੋਰਦਾਰ ਹਮਲਾ ਬੋਲਿਆ ਕਿ ਇਹਦੇ ਉੱਤੇ ਕਾਰਵਾਈ ਹੋ ਜੂ, ਇੱਕ ਵਾਰੀ ਕਲੀਅਰ ਹੋ ਜੂ ਕਿ ਕੌਣ ਕਿੱਥੇ ਕਿੰਨੇ ਪਾਣੀਆਂ 'ਚ ਮਾਪੇ ਜਾਣਗੇ ਪਾਣੀ। ਰੰਧਾਵਾ ਜੀ, ਜਿਹੜੀ ਤੁਸੀਂ ਕੱਟੀ ਕੱਟੇ ਵਾਲੀ ਗੱਲ ਕੀਤੀ ਹੈ, ਕੱਟੀ ਜਾਂ ਕੱਟਾ, ਵਾਕਈ ਸਿੱਧੂ ਇਸ ਮੂਡ 'ਚ ਹੈਗੇ ਨੇ। ਔਰ ਇਸ ਮੂਡ ਦਾ ਆਧਾਰ ਹੈਗਾ ਜਿਹੜਾ ਹੁਣ ਅਸੈਂਬਲੀ ਸੈਸ਼ਨ ਹੋਇਆ ਸੀਗਾ, ਸਪੈਸ਼ਲ ਸੈਸ਼ਨ ਆਫ ਅਸੈਂਬਲੀ। ਉਹਦੇ ਵਿੱਚ ਜਿਸ ਤਰੀਕੇ ਨਾਲ ਚੰਨੀ ਉਹਨਾਂ ਨੇ ਰਿਮਾਰਕਸ ਦਿੱਤੇ ਸੀਗੇ, ਉਹਦੇ ਵਿੱਚ ਸਾਫ਼ ਲੱਗਦਾ ਸੀਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਐਦਾਂ ਦਾ ਹੋਣ ਵਾਲਾ ਹੈ ਜਿਹਦੇ ਨਾਲ ਕੋਈ ਨਾ ਕੋਈ ਖੁਲਾਸਾ ਸਰਕਾਰ ਕਰ ਸਕਦੀ ਹੈ। ਔਰ ਉਹਨਾਂ ਨੇ ਤੇ ਇਹ ਤੱਕ ਕਹਿਤਾ ਸੀਗਾ ਕਿ ਪੰਜਾਬ ਦੇ ਵਿੱਚ ਜਿੰਨੀ ਵੀ ਗੰਦਗੀਆਂ ਹੈਗੀਆਂ ਤੁਸੀਂ ਉਹਦੇ ਤੇ ਘਿਰੇ ਹੋਏ, ਉਹ ਗੱਲਾਂ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਦੌਰਾਨ ਬੋਲੀ ਗਈ ਸੀ ਤੇ ਇਸ ਕਰਕੇ ਕੋਈ ਡੈਫੇਮੇਸ਼ਨ ਦਾ ਕੇਸ ਉਹਨਾਂ ਦੇ ਖਿਲਾਫ ਨਹੀਂ ਬਣਦਾ ਔਰ ਨਾ ਹੀ ਅਸੀਂ ਉਹਨਾਂ ਗੱਲਾਂ ਨੂੰ ਰਿਪੀਟ ਕਰ ਸਕਦੇ ਹਾਂ। ਪਰ ਉਸ ਤੋਂ ਪਹਿਲੇ ਤੁਸੀਂ ਕੈਪਟਨ ਅਮਰਿੰਦਰ ਸਿੰਘ ਦੇ ਸੈਸ਼ਨ ਦੇ ਟਾਈਮ ਵਿੱਚ ਯਾਦ ਕਰੋ, ਜੋ ਅੱਜ ਦੇ ਹੋਮ ਮਿਨਿਸਟਰ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਨੇ ਜਦ ਮਜੀਠੀਆ ਉਹਨਾਂ ਦੀ ਔਰ ਸਿੱਧੂ ਉਹਨਾਂ ਦੀ ਬਹਿਸ ਹੋਈ ਸੀ ਤੇ ਇਹ ਕਿਹਾ ਸੀਗਾ ਕਿ ਸਾਡੀ ਸਰਕਾਰ ਹੀ ਨਿਕੰਮੀ ਹੈ, ਯਾਨੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੀ ਨਿਕੰਮੀ ਹੈ। ਜੇ ਟਾਈਮਲੀ ਐਕਸ਼ਨ ਲਿੱਤਾ ਹੁੰਦਾ ਤੇ ਅੱਜ ਸਾਨੂੰ ਇਹ ਦਿਨ ਨਾ ਦੇਖਣਾ ਪੈਂਦਾ। ਉਹ ਹੋਮ ਮਿਨਿਸਟਰ ਜਿਹੜੇ ਅੱਜ ਦੇ ਹੈਗੇ ਨੇ ਉਹ ਕਹਿ ਚੁੱਕੇ ਨੇ ਕਿ ਇਸ ਮੁੱਦੇ ਤੇ ਸਾਡੀ ਸਰਕਾਰ ਨਿਕੰਮੀ ਹੈ। ਚਲੋ ਹੁਣ ਤੇ ਸਿਆਣੀ ਸਰਕਾਰ ਆ ਗਈ, ਚੰਨੀ ਸਰਕਾਰ ਆ ਗਈ, ਪਰ ਅੱਜ ਉਹ ਹੋਮ ਮਿਨਿਸਟਰ ਨੇ ਕਿ ਅੱਜ ਵੀ ਉਹ ਆਪਣੀ ਸਰਕਾਰ ਨੂੰ, ਆਪਣੇ ਆਪ ਨੂੰ ਨਿਕੰਮਾ ਕਹਿਣਗੇ ਜੇ ਇਸ ਮੁੱਦੇ ਦੇ ਉੱਤੇ ਹੁਣ ਵੀ ਐਕਸ਼ਨ ਨਹੀਂ ਲੈਂਦੇ। ਉਹ ਵੀ ਤਦ ਜਦ ਕੋਰਟ ਨੇ ਸਾਫ਼ ਟਿੱਪਣੀ ਕੀਤੀ ਹੈ ਕਿ ਅਸੀਂ ਸਰਕਾਰ ਦੇ ਉੱਤੇ ਕਿਸੇ ਕਿਸਮ ਦੀ ਕੋਈ ਰੋਕ ਨਹੀਂ ਲਾਈ। ਇਹਦੀ ਵਜ੍ਹਾ ਕੀ ਹੈ ਕਿ ਉਹਨਾਂ ਰਿਪੋਰਟਾਂ ਨੂੰ ਖੋਲਣ ਦੇ ਵਿੱਚ ਸਰਕਾਰ ਘਬਰਾ ਰਹੀ ਹੈ। ਹੋਮ ਮਿਨਿਸਟਰ ਜਿਹੜੇ ਬੇਅਦਬੀਆਂ ਦੇ ਮੁੱਦੇ ਦੇ ਉੱਤੇ ਵੱਡੇ ਵੱਡੇ ਬਿਆਨ ਦਿੰਦੇ ਸੀਗੇ, ਇਹ ਤੱਕ ਕਹਿੰਦੇ ਸੀਗੇ ਕਿ ਜੇ ਸਿੱਧੂ ਹੋਰਾਂ ਦੀ ਗੱਲ ਕਰੀਏ ਤਾਂ ਉਹ ਕਹਿੰਦੇ ਸੀਗੇ ਕਿ ਜੇ ਮੇਰੇ ਕੋਲ ਹੋਮ ਮਿਨਿਸਟਰੀ ਹੋਏ ਨਾ ਤੇ ਮੈਂ 2 ਦਿਨਾਂ ਦੇ ਵਿੱਚ ਹੀ ਕੱਟਾ ਕੱਟ ਦੇਵਾਂ, ਯਾਨੀ ਕਿ ਬਿਲਕੁਲ ਸਾਫ਼ ਕਹਿੰਦੇ ਸੀਗੇ। ਔਰ ਹੋਮ ਮਿਨਿਸਟਰ ਜਦ ਸੁਖਜਿੰਦਰ ਸਿੰਘ ਰੰਧਾਵਾ ਨਹੀਂ ਹੁੰਦੇ ਸੀਗੇ ਤਦ ਇਹ ਕਹਿੰਦੇ ਸੀ ਵੀ ਪੁਲਿਸ ਸੈਣੀ ਉਹਨਾਂ ਦੇ ਘਰ ਦੇ ਬਾਹਰ ਕੰਧ ਤੇ ਡੰਡੇ ਮਾਰ ਕੇ ਆ ਗਈ, ਜੇ ਮੈਂ ਹੁੰਦਾ ਤੇ ਕੰਧ ਟੱਪ ਕੇ ਸੈਣੀ ਉਹਨਾਂ ਨੂੰ ਫੜ ਲੈਂਦਾ। ਅੱਜ ਉਹ ਹੋਮ ਮਿਨਿਸਟਰ ਨੇ। ਉਹ ਚੰਨੀ ਉਹਨਾਂ ਜਿਹੜੇ ਕਹਿੰਦੇ ਸੀਗੇ ਕਿ ਇਸ ਮੁੱਖ ਮੰਤਰੀ ਦੇ ਉੱਤੇ ਸਾਨੂੰ ਭਰੋਸਾ ਨਹੀਂ, ਇਹ ਬਾਦਲਾਂ ਨਾਲ ਰਲਿਆ ਹੋਇਆ ਹੈ, ਅੱਜ ਉਹ ਖੁਦ ਮੁੱਖ ਮੰਤਰੀ ਹੈ। ਔਰ ਉਸ ਮੁੱਦੇ ਦੇ ਉੱਤੇ, ਜਿਸ ਮੁੱਦੇ ਦੇ ਉੱਤੇ ਕੋਰਟਾਂ ਨੇ ਉਹਨਾਂ ਨੂੰ ਰੋਕਿਆ ਨਹੀਂ, ਉਹ ਐਸਟੀਐਫ ਦੀ ਰਿਪੋਰਟ ਨੂੰ ਲੀਕ ਕਰਨ ਵਾਸਤੇ ਕਿਸੇ ਨੇ ਰੋਕਿਆ ਨਹੀਂ, ਉਹ ਅੱਜ ਵੀ ਸੋਚ ਰਹੇ ਨੇ ਕਿ ਇਹ ਰਿਪੋਰਟ ਲੀਕ ਕਰੀਏ ਜਾਂ ਨਹੀਂ। ਨਹੀਂ ਭਾਸਕਰ ਸਾਹਿਬ, ਲੀਕ ਕਿਉਂ ਕਰਨੀ ਹੈ? ਭਾਸਕਰ ਸਾਹਿਬ, ਕੋਈ ਨਹੀਂ ਮੰਗਦਾ ਕਿ ਤੁਸੀਂ ਇਹਨੂੰ ਜਨਤਕ ਕਰੋ, ਜਨਤਕ ਵੀ ਨਹੀਂ ਕਰਨ ਦੀ ਲੋੜ। ਗੱਲ ਤਾਂ ਸਿੱਧੀ ਜੀ ਆ ਕਿ ਤੁਸੀਂ ਉਹਦੇ ਆਧਾਰ ਤੇ FIR ਕਰੋ। ਜੇ ਆਧਾਰ ਬਣਦੇ ਆ ਤੇ ਭਾਵੇਂ ਉਹ ਖੁਦ ਨਵਜੋਤ ਸਿੰਘ ਸਿੱਧੂ ਮੈਂ ਜਾਂ ਤੁਸੀਂ ਉਹ, ਫਿਰ ਕਾਰਵਾਈ ਹੋਣੀ ਚਾਹੀਦੀ ਹੈ। ਔਰ ਤੀਜੀ ਗੱਲ, ਤੁਹਾਨੂੰ ਪਤਾ ਹੈ ਸ਼ਸ਼ੀਕਾਂਤ ਨੇ ਇੱਕ ਰਿਪੋਰਟ ਮੁੱਖ ਮੰਤਰੀ ਨੂੰ ਜਾਂ ਇੱਕ ਚਿੱਠੀ ਕਿਹਾ ਸੀ, ਮੈਂ ਬਾਦਲ ਸਾਹਿਬ ਨੂੰ ਲਿਖੀ ਆ, ਉਹਨਾਂ ਸਾਰੇ ਪੋਲੀਟੀਸ਼ੀਅਨਸ ਤੇ ਉਹ ਕਹਿੰਦੇ ਸੀ ਤੇ ਅਫਸਰਾਂ ਦੇ ਮੈਂ ਨਾਂ ਲਿਖਿਆ, ਮੈਂ ਲਿਸਟ ਦਿੱਤੀ ਹੈ ਜਿਹੜੇ ਨਸ਼ਿਆਂ 'ਚ ਇਨਵੋਲਵ ਨੇ। ਬੜੇ ਰੌਲੇ ਪੈਂਦੇ ਰਹੇ, ਲੋਕ ਗੈਸ ਕਰਦੇ ਰਹੇ ਕੌਣ ਹੋਊਗਾ, ਕਿਹੜਾ ਵਜ਼ੀਰ ਆ। ਆਖਰ ਉਹ ਵੀ ਸ਼ਸ਼ੀਕਾਂਤ ਵੀ ਚੁੱਪ ਕਰ ਗਏ, ਤਹਿ ਥੱਲੇ ਦੱਬ ਗਏ। ਪਿੱਛੇ ਸੁਣਿਆ ਕਿ ਸ਼ਸ਼ੀਕਾਂਤ ਵੀ ਅਦਾਲਤ ਵਿੱਚ ਕਹਿੰਦੇ ਸੀ ਸਿਆਸਤ ਨਹੀਂ ਹੋਣੀ ਚਾਹੀਦੀ। ਗੱਲ ਤਾਂ ਮੈਂ ਕਹਿੰਦਾ ਸਿਆਸਤ ਕਿਉਂ ਨਹੀਂ ਹੋਣੀ ਚਾਹੀਦੀ? ਸਿਆਸਤ ਕਰੋ, ਜੇਕਰ ਕੋਈ ਨੰਗਾ ਹੁੰਦਾ ਨੰਗਾ ਕਰੋ। ਗੱਲ ਜੇ ਸ਼ਸ਼ੀਕਾਂਤ ਨੇ 20 ਤੋਂ ਜ਼ਿਆਦਾ ਨਾਮ ਉਦੋਂ ਲਿਸਟ ਵਿੱਚ ਸੁਣਿਆ ਸੀ ਦਿੱਤੇ ਆ ਤਾਂ ਇੱਕ ਨਾ ਕਿਉਂ, ਸਾਰੇ ਹੀ ਸਹੀ। ਜੇ ਕੋਈ ਵੀ ਵਿੱਚ ਸ਼ਾਮਲ ਆ ਤਾਂ ਉਹ ਵੀ ਸ਼ਾਮਲ ਕਰ ਦਿਓ। ਗੱਲ ਸਿਰਫ ਇੰਨੀ ਕਹਿ ਕਿ FIR ਦਰਜ ਕਰੋ, ਜਿੰਨੇ ਵੀ ਤੁਹਾਡੇ ਕੋਲ ਆਧਾਰ ਨੇ ਉਹਨਾਂ ਤੇ ਕਰੋ, ਇਨਵੈਸਟੀਗੇਸ਼ਨ ਕਰੋ। ਜੇਕਰ ਗਲਤ ਨਾ ਕਿਸੇ ਦਾ ਬਾਹਰ ਕੱਢ ਦਿਓ, ਨਹੀਂ ਤਾਂ ਫਿਰ ਤੁਸੀਂ ਉਹਨੂੰ ਅਦਾਲਤ 'ਚ ਪੇਸ਼ ਕਰੋ। ਹੁਣ ਤਾਂ ਮਾਣਯੋਗ ਸੁਪਰੀਮ ਕੋਰਟ ਵੀ ਕਹਿੰਦੀ ਆ ਕਿ ਜਿਹੜੇ ਕਾਨੂੰਨ ਬਣਾਉਣ ਵਾਲੇ ਆ, ਕਾਨੂੰਨ ਘਾੜੇ ਆ, ਉਹਨਾਂ ਦੀ ਰੋਜ਼ ਦੇ ਆਧਾਰ ਤੇ ਸੁਣਵਾਈ ਕਰੋ। ਤੁਸੀਂ ਉਹਨਾਂ ਨੂੰ ਕਲੀਨ ਚਿੱਟ ਕਿਉਂ ਦਿੰਦੇ ਹੋ? ਤੁਸੀਂ ਜੋ ਵੀ ਕਰਨਾ ਨੰਗੇ ਚਿੱਟੇ ਰੂਪ 'ਚ ਕਰੋ ਤੇ ਤੁਸੀਂ ਰਿਪੋਰਟ ਕਰੋ। ਹਾਈ ਕੋਰਟਾਂ 'ਚ ਥੱਲੇ ਦੀਆਂ ਅਦਾਲਤਾਂ ਨੂੰ ਕਿਹਾ ਗਿਆ ਕਿ ਹਾਈ ਕੋਰਟ ਤੁਹਾਡੇ ਤੋਂ ਜਾਣਕਾਰੀ ਮੰਗੇਗੀ, ਫੈਸਲੇ ਦਿਨਾਂ ਦੇ ਮਹੀਨਿਆਂ ਦੇ ਆਧਾਰ ਤੇ 6-6 ਮਹੀਨੇ 'ਚ ਨਿਬੇੜੋ। ਇਹ ਜੇ ਇੱਥੋਂ ਤੱਕ ਮਾਣਯੋਗ ਸੁਪਰੀਮ ਕੋਰਟ ਆ ਗਈ ਤੇ ਅਸੀਂ ਇੰਨੇ ਸੁਸਤ ਕਿਉਂ?
ਬਿਲਕੁਲ ਸਭ ਤੋਂ ਵੱਡੀ ਗੱਲ ਰੰਧਾਵਾ ਜੀ ਇਹ ਵੇ ਕਿ ਹਜੇ ਤੱਕ ਮਹੀਨੇ 2 ਮਹੀਨੇ 3 ਮਹੀਨੇ ਪਹਿਲੇ ਤੱਕ ਤੇ ਇਹ ਵੀ ਗੱਲ ਨਹੀਂ ਪਤਾ ਸੀਗਾ ਕਿ ਸਰਕਾਰ ਨੇ ਉਸ ਐਸਟੀਐਫ ਦੀ ਰਿਪੋਰਟ ਦੇ ਉੱਤੇ ਇੱਕ ਐਕਸ਼ਨ ਟੇਕਨ ਰਿਪੋਰਟ ਕੋਰਟ ਦੇ ਵਿੱਚ ਸਬਮਿਟ ਕੀਤੀ ਹੈ, ਉਹ ਵੀ ਬੰਦ ਲਿਫਾਫੇ ਦੇ ਰੂਪ ਵਿੱਚ। ਉਸ ਐਕਸ਼ਨ ਟੇਕਨ ਰਿਪੋਰਟ ਦੇ ਵਿੱਚ ਜੇ ਕਿਤੇ ਅਕਾਲੀ ਲੀਡਰ ਨੂੰ ਕਲੀਨ ਚਿਟ ਦਿੱਤੀ ਹੈ ਤੇ ਉਹਦਾ ਕੋਈ ਆਧਾਰ ਹੋਣਾ ਚਾਹੀਦਾ ਹੈ, ਉਹਦਾ ਕੋਈ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਹੀ ਕਲੀਨ ਚਿਟ ਦਿੱਤੀ ਜਾ ਸਕਦੀ ਹੈ। ਉਹਨਾਂ ਸਟੇਟਮੈਂਟ ਦੇ ਉੱਤੇ, ਉਸ ਰਿਪੋਰਟ ਦੇ ਉੱਤੇ ਜਿੰਨੀ ਕੁ ਜਨਤਕ ਹਜੇ ਤੱਕ ਹੋ ਚੁੱਕੀ ਹੈ, ਅਗਰ ਉਹ ਸਹੀ ਹੈ ਤੇ ਉਸ ਰਿਪੋਰਟ ਦੇ ਬੇਸ ਤੇ ਕੋਈ ਵੀ ਕਲੀਨ ਚਿਟ ਕੋਈ ਦਿੱਤੀ ਨਹੀਂ ਜਾ ਸਕਦੀ ਸੀ। ਹੁਣ ਉਹਨਾਂ ਬੰਦ ਲਿਫਾਫਿਆਂ ਦੇ ਵਿੱਚ ਕੀ ਹੈ, ਸਰਕਾਰ ਨੇ ਕੋਈ ਐਕਸ਼ਨ ਲਿੱਤਾ ਕਿ ਨਹੀਂ ਲਿੱਤਾ? ਇਹਨਾਂ ਮੁੱਦਿਆਂ ਦੇ ਉੱਤੇ 5 ਸਾਲ ਤੋਂ ਪੋਲਿਟਿਕਸ ਹੀ ਚੱਲ ਰਹੀ ਹੈ। ਕਿਸੇ ਨੇ ਵੀ ਕਦੀ ਵੀ ਐਕਸ਼ਨ ਦੀ ਮੰਗ ਨਹੀਂ ਕੀਤੀ। ਇੱਕ ਨਵਜੋਤ ਸਿੰਘ ਸਿੱਧੂ ਹੀ ਹੈ ਜਿਨ੍ਹਾਂ ਨੇ ਬਾਰ-ਬਾਰ ਇਸ ਮੁੱਦੇ ਦੇ ਉੱਤੇ, ਜਿਸ ਦਿਨ ਇਹ ਰਿਪੋਰਟ ਸਬਮਿਟ ਹੋਈ ਸੀ ਉਸ ਦੇ ਕੁਝ ਦਿਨਾਂ ਦੇ ਅੰਦਰ ਅੰਦਰ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਆਪਣੇ ਘਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ। ਉਹਦੇ ਵਿੱਚ ਪੰਨਾ ਵਾਈਜ਼ ਪੰਨਾ ਉਸ ਰਿਪੋਰਟ ਦਾ ਜ਼ਿਕਰ ਕੀਤਾ ਸੀ ਔਰ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਅਪੀਲ ਕੀਤੀ ਸੀ ਕਿ ਉਹ FIR ਹੁਣ ਦਰਜ ਹੋਣੀ ਚਾਹੀਦੀ ਹੈ ਤੇ ਅੱਗੇ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਭਾਵੇਂ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਤੱਕ ਉਹਨਾਂ ਗੱਲਾਂ ਦਾ ਕੋਈ ਜਵਾਬ ਨਹੀਂ ਦਿੱਤਾ, ਪਰ ਹੁਣ ਚੰਨੀ ਉਹਨਾਂ ਦਾ ਵੀ ਉਹਨਾਂ ਮੁੱਦਿਆਂ ਦੇ ਉੱਤੇ ਚੁੱਪੀ ਧਾਰਨਾ ਉਹ ਆਪਣੇ ਆਪ ਵਿੱਚ ਬੜਾ ਇੱਕ ਸਸਪੀਸ਼ੀਅਸ ਜਿਹਾ ਲੱਗਦਾ ਹੈ ਕਿ ਇਹਨਾਂ ਬੰਦ ਲਿਫਾਫਿਆਂ ਦੇ ਵਿੱਚ ਕਿਤੇ ਕੋਈ ਹੋਰ ਗੱਲ ਤੇ ਨਹੀਂ ਹੈਗੀ। ਨਹੀਂ, ਮੈਂ ਇਹਦੇ ਚ ਇੱਕ ਚੀਜ਼ ਹੋਰ ਐਡ ਕਰ ਲਿਓ। ਦੇਖੋ, ਜਦੋਂ ਅਸੀਂ ਕਿਸੇ ਨੂੰ ਚੁੱਪ ਸਮਝਦੇ ਆ ਤਾਂ ਕਈ ਵਾਰੀ ਉਹਦੇ ਉਲਟ ਅੰਦਰ ਵੀ ਕੁਝ ਧੁਖ ਰਿਹਾ ਹੁੰਦਾ। ਤੁਹਾਨੂੰ ਯਾਦ ਹੈ ਕਿ ਇਹ 2 ਹੀ ਮਾਮਲੇ ਸੀ, ਬੇਅਦਬੀ ਔਰ ਨਸ਼ੇ ਵਾਲੇ, ਜਿਨ੍ਹਾਂ ਦੇ ਉੱਤੇ ਫੋਕਸ ਸੀ ਜ਼ਿਆਦਾ ਔਰ ਜਿਨ੍ਹਾਂ ਦੇ ਉੱਤੇ ਸਭ ਤੋਂ ਜ਼ਿਆਦਾ ਸਿਆਸਤ ਵੀ ਹੋ ਰਹੀ ਸੀ। ਭਾਸਕਰ ਸਾਹਿਬ, ਅਚਨਚੇਤ ਇੱਕ ਰਜਿੰਦਰ ਕੌਰ ਮੀਮਸਾ, ਉਹਦਾ ਰੌਲਾ ਪੈ ਜਾਂਦਾ, ਅਕਾਲੀ ਦਲ ਪ੍ਰੈਸ ਕਾਨਫਰੰਸ ਕਰਦਾ। ਜਦੋਂ ਸਾਰੇ ਸੋਚ ਰਹੇ ਸੀ ਬੇਅਦਬੀ ਮਾਮਲਿਆਂ 'ਚ ਸਰਕਾਰ ਚੁੱਪ ਆ, ਤਾਂ ਮਹੇਸ਼ਿੰਦਰ ਗਰੇਵਾਲ, ਪ੍ਰੇਮ ਸਿੰਘ ਚੰਦੂਮਾਜਰਾ ਪ੍ਰੋਫੈਸਰ ਔਰ ਨਾਲ ਦਲਜੀਤ ਸਿੰਘ ਚੀਮਾ ਪ੍ਰੈਸ ਕਾਨਫਰੰਸ ਕਰਕੇ ਕਹਿ ਦਿੰਦੇ, ਉਦੋਂ ਨਾਂ ਵੀ ਲੈ ਦਿੰਦੇ ਆ ਕਿ ਆਹ ਇੱਕ 164 ਦੇ ਬਿਆਨ ਦਰਜ ਹੋਏ ਹੋ ਸਕਦੇ ਆ, ਜਾਂ ਸਾਡੇ ਖਿਲਾਫ ਇੱਕ ਹਲਫੀਆ ਬਿਆਨ ਜਾਂ ਕੋਈ ਝੂਠੀ ਰਿਪੋਰਟ ਵੀ ਹੋ ਸਕਦੀ ਹੈ। ਉਦੋਂ DIG ਖੱਟੜਾ ਦਾ ਜ਼ਿਕਰ ਵੀ ਹੋ ਜਾਂਦਾ ਤੇ 2 ਦਿਨ ਬਾਅਦ ਸੱਚਮੁੱਚ ਬੀਬੀ ਮੀਮਸਾ ਅਸਤੀਫਾ ਅਕਾਲੀ ਦਲ ਤੋਂ ਦੇ ਕੇ ਕੁਝ ਇਲਜ਼ਾਮ ਲਾ ਦਿੰਦੇ ਆ। ਇਹਦਾ ਮਤਲਬ ਕਿ ਅੰਦਰ ਕੁਝ ਕੰਮ ਆਪਣੇ ਤਰੀਕੇ ਨਾਲ ਵੀ ਹੋ ਰਿਹਾ ਸੀ। ਭਾਵੇਂ ਅਕਾਲੀ ਦਲ ਨੇ ਇਹਨੂੰ ਸਿਆਸਤ ਕਿਹਾ, ਲੇਕਿਨ ਜਾਂਚ ਤਾਂ ਜਾਂਚ ਹੁੰਦੀ ਹੈ ਔਰ ਉਹ ਕੋਰਟਾਂ ਦੇ ਵਿੱਚ ਤੈਅ ਹੋਊਗਾ ਕਿ ਗਲਤ ਸੀ, ਸਾਜ਼ਿਸ਼ ਸੀ, ਕਿਵੇਂ ਆ ਕਿਵੇਂ ਨਹੀਂ। ਔਰ ਇਹ ਸਾਰਿਆਂ ਲਈ, ਭਾਵੇਂ ਕੋਈ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਵੇ, ਬਣਦੀ ਹੈ। ਕੀ ਪਤਾ ਅੰਦਰਵਾਰ ਕੁਝ ਇਸ ਤਰ੍ਹਾਂ ਇਸ ਮਾਮਲੇ, ਨਸ਼ਿਆਂ ਦੇ ਮਾਮਲੇ 'ਚ ਵੀ ਗੱਲ ਚੱਲ ਰਹੀ ਹੋਵੇ। ਇਹ ਗੱਲ ਕਿਧਰੇ ਪਰਦੇ ਉੱਲਿਓ ਨਿਕਲ ਆਵੇ। ਡਿਪਟੀ CM ਸੁਖਜਿੰਦਰ ਸਿੰਘ ਰੰਧਾਵਾ ਕਿਸੇ ਪੱਧਰ ਤੇ ਬਤੌਰ ਗ੍ਰਹਿ ਮੰਤਰੀ ਇਹ ਵੀ ਕੰਮ ਕਰ ਰਹੇ ਹੋਣ। ਲੇਕਿਨ ਅਹਿਮ ਸਵਾਲ ਆ, ਇੱਕ ਅਕਾਲੀ ਲੀਡਰ ਨੇ ਜਿਹਦੇ ਤੇ ਦੋਸ਼ ਲੱਗਦੇ ਸੀ ਇੱਧਰ ਉੱਧਰ ਵਿਧਾਨ ਸਭਾ 'ਚ, ਤੁਸੀਂ ਆਪਾਂ ਜ਼ਿਕਰ ਵੀ ਕਰ ਦਿੰਦੇ, ਨਾ ਨਹੀਂ ਲੈਂਦੇ, ਪ੍ਰੈਸ ਕਾਨਫਰੰਸ ਵਿੱਚ ਕਿਹਾ ਸੀ ਵੀ ਇਹ ਤਾਂ 3 ਸਾਲ ਪਹਿਲਾਂ ਗੱਲ ਮੁੱਕ ਗਈ, 3 ਸਾਲ ਪਹਿਲਾਂ ਇਹ ਤਾਂ ਕੇਸ ਹੀ ਮੁੱਕ ਚੁੱਕਿਆ। ਇਹਦਾ ਮਤਲਬ ਕਿਤੇ ਇੰਜ ਤਾਂ ਨਹੀਂ ਕਿ 3 ਸਾਲ ਪਹਿਲਾਂ ਜਿਹੜੀ ਐਕਸ਼ਨ ਟੇਕਨ ਰਿਪੋਰਟ ਹੈ, ਜਿਹਦਾ ਸਿੱਧੂ ਸਾਹਿਬ STF ਦਾ ਰਿਪੋਰਟ ਜ਼ਿਕਰ ਕਰ ਰਹੇ ਆ, ਔਰ ਐਕਸ਼ਨ ਟੇਕਨ ਰਿਪੋਰਟ ਦੇ ਆਧਾਰ ਤੇ ਤਾਂ ਨਹੀਂ ਪ੍ਰੈਸ ਕਾਨਫਰੰਸ ਹੋਈ ਸੀ ਕਿ ਉਹ ਤਾਂ ਮੁੱਕ ਗਿਆ ਜੀ 3 ਸਾਲ ਪਹਿਲਾਂ। ਕੀ ਅੰਦਰ ਕਲੀਨ ਚਿੱਟਾਂ ਵੀ ਦਿੱਤੀਆਂ ਗਈਆਂ ਨੇ ਕਿਸੇ ਪੱਧਰ ਤੇ? ਕਿਸੇ ਨੂੰ ਵੀ, ਮੈਂ ਨਾਂ ਨਹੀਂ ਲੈਂਦਾ, ਅਸੀਂ ਕਿਸੇ ਦਾ ਜ਼ਿਕਰ ਨਹੀਂ ਕਰ ਰਹੇ, ਕਿ ਕਲੀਨ ਚਿੱਟਾਂ ਵੀ ਦਿੱਤੀਆਂ ਗਈਆਂ? ਜੇ ਦਿੱਤੀਆਂ ਗਈਆਂ ਨੇ ਤਾਂ ਫਿਰ ਇਹਨਾਂ ਰੌਲਾ ਕਿਉਂ ਬਈ? ਤੁਹਾਡੀ ਆਪਣੀ ਸਰਕਾਰ, ਪੁੱਛ ਲਓ ਕਿਹੜੇ ਅਫਸਰ ਨੇ ਦਿੱਤਾ, ਕਿਹੜਾ, ਫਿਰ ਕਾਹਤੋਂ ਇੰਨੀ ਸਿਆਸਤ ਕਰਦੇ ਹੋ? ਹਾਂ, ਲੇਕਿਨ ਜਦੋਂ ਜ਼ਿੰਮੇਵਾਰ ਅਹੁਦਿਆਂ ਤੇ ਬੈਠੇ ਕਿਸੇ ਵੀ ਵਿਅਕਤੀ ਨੂੰ ਤੁਸੀਂ ਕਟਹਿਰੇ 'ਚ ਖੜਾ ਕਰੋਗੇ ਤਾਂ ਕੁਦਰਤੀ ਹੈ, ਜਾਂ ਤਾਂ ਉਹਦੇ ਤੇ ਦੋਸ਼ ਸਾਬਤ ਕਰ ਦਿਓ, ਨਹੀਂ ਤਾਂ ਫਿਰ ਉਹਦੀ ਜਿਹੜੀ ਸਮਾਜਿਕ ਜ਼ਿੰਦਗੀ ਆ ਉਹਦੇ ਤੇ ਇੰਨਾ ਅਸਰ ਪੈਂਦਾ ਹੈ ਕਿ ਉਹ ਮੁੜ ਕੇ ਬੰਦਾ ਲੱਕ ਸਿੱਧਾ ਕਰਨ ਜੋਗਾ ਨਹੀਂ ਰਹਿੰਦਾ। ਲੇਕਿਨ ਵੱਡੇ ਅਹੁਦਿਆਂ ਤੇ ਬੈਠੇ ਲੋਕ, ਜੇ ਉਹਨਾਂ ਤੇ ਦੋਸ਼ ਵੀ ਲੱਗਦੇ ਹੋਣ ਤਾਂ ਲੋਕ ਇਹ ਸਮਝਣ ਲੱਗ ਪੈਂਦੇ ਆ ਕਿ ਆਖਰ ਦੋਸ਼ ਵੀ ਕਿਉਂ ਆਏ, ਦੋਸ਼ ਆਇਦ ਵੀ ਕਿਉਂ ਹੋਏ, ਭਾਵੇਂ ਉਹ ਮੈਂ ਕੋਰਟਾਂ 'ਚ ਨਾ ਵੀ ਹੋਏ ਹੁਣ, ਲੋਕ ਹੀ ਲਾ ਰਹੇ, ਸਿਆਸਤ ਹੀ ਹੋ ਰਹੀ ਹੈ। ਸੋ ਭਾਸਕਰ ਸਾਹਿਬ, ਗੁੰਝਲਦਾਰ ਮਾਮਲਾ ਹੈ, ਰਿਪੋਰਟਾਂ 2-3 ਨੇ, ਪਤਾ ਨਹੀਂ ਹੋਣ ਵਾਲਾ ਕੀ ਹੈ। ਇਹ ਜਦੋਂ ਨਿੱਤਰ ਕੇ ਗੱਲ ਆਊ ਪਤਾ ਉਦੋਂ ਹੀ ਲੱਗੂ। ਫਿਰ ਜਦੋਂ STF ਦੀਆਂ ਕੋਈ ਰਿਪੋਰਟਾਂ ਪੇਸ਼ ਕੀਤੀਆਂ ਜਾਂਦੀਆਂ ਨੇ, ਜਾਂ ਸ਼ਸ਼ੀਕਾਂਤ ਵਾਲੀ ਗੱਲ ਕੀਤੀ ਜਾਂਦੀ ਹੈ, ਜਾਂ ED ਦੀ ਗੱਲ ਕੀਤੀ ਜਾਂਦੀ ਹੈ, ਤਾਂ ਫਿਰ ਉਹਦੇ ਆਧਾਰ ਤੇ ਕਿਹੜੀਆਂ ਕਲੀਨ ਚਿੱਟਾਂ ਹੋ ਸਕਦੀਆਂ, ਕਿਹੜੀ ਇਨਵੈਸਟੀਗੇਸ਼ਨ ਤੋਂ ਬਾਅਦ ਕਲੀਨ ਚਿੱਟਾਂ ਹੋਈਆਂ, ਇਹ ਸਵਾਲ ਵੀ ਉੱਠਦੇ ਰਹਿਣਗੇ ਅਗਲੇ ਦਿਨਾਂ 'ਚ। ਇੱਕ ਰੰਧਾਵਾ ਜੀ, ਦੇਖੋ 2-3 ਦਿਨ ਪਹਿਲੇ ਇੱਕ ਰਿਪੋਰਟ ਆਈ ਸੀ ਕਿ ED ਨੇ ਇੱਕ ਰਿਪੋਰਟ ਹਾਈ ਕੋਰਟ ਦੇ ਵਿੱਚ ਜਮ੍ਹਾਂ ਕਰਾਈ ਹੈ, ਕਿਉਂਕਿ ਨੋਟਿਸ ED ਨੂੰ ਵੀ ਹੋਇਆ ਸੀ, ਨੋਟਿਸ ਸਰਕਾਰ ਨੂੰ ਵੀ ਹੋਇਆ ਸੀਗਾ, ਔਰ ED ਤੋਂ ਪੁੱਛਿਆ ਗਿਆ ਸੀਗਾ ਜਿਹੜੇ ਆਰੋਪੀ, ਜਿਹੜੇ ਅਕਿਊਜ਼ ਬਾਹਰ ਭੱਜ ਗਏ ਨੇ,
ਉਹਨਾਂ ਨੂੰ ਵਾਪਸ ਬੁਲਾਉਣ ਵਾਸਤੇ ਕੀ ਕਾਰਵਾਈ ਹੋਈ ਹੈ? ਨਹੀਂ, ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੂੰ, MEA ਨੂੰ। ਇਹ ਤਿੰਨਾਂ ਨੋਟਿਸਾਂ ਦਾ ਜਵਾਬ ਆ ਗਿਆ। ਈਡੀ ਨੇ ਵੀ ਇੱਕ ਲਿਫਾਫੇ ਦੇ ਵਿੱਚ ਬੰਦ ਕਰਕੇ ਰਿਪੋਰਟ ਦਿੱਤੀ ਹੈ ਕਿ ਉਹਨਾਂ ਦੀ ਇਨਵੈਸਟੀਗੇਸ਼ਨ ਕਿੱਥੇ ਖੜੀ ਹੈ। ਦੂਜਾ, ਉਹਨਾਂ ਦੋਸ਼ੀਆਂ ਨੂੰ ਲਿਆਉਣ ਵਾਸਤੇ ਕੀ ਕਾਰਵਾਈ ਹੋਈ ਹੈ, ਇਹ ਵੀ ਹਾਈ ਕੋਰਟ ਦੇ ਵਿੱਚ ਸਬਮਿਟ ਹੈ। ਤੀਜੇ ਪਾਸੇ ਸਰਕਾਰ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਭਾਵੇਂ ਉਹ ਪੁਲਿਸ ਦੇ ਐਸਐਸਪੀ ਸੀਗੇ, ਉਹਨਾਂ ਦੇ ਖਿਲਾਫ ਜੋ ਉਪਾਧਿਆਇ ਸਾਹਿਬ ਉਹਨਾਂ ਦੀ ਜਿਹੜੀ ਬੰਦ ਰਿਪੋਰਟ ਸੀਗੀ ਉਹਨੂੰ ਖੋਲਣ ਦੇ ਬਾਰੇ 'ਚ ਵੀ ਸਰਕਾਰ ਨੇ ਕੋਰਟ ਨੂੰ ਲਿਖਿਆ ਸੀਗਾ। ਤੇ ਹੁਣ ਉਹ ਰਿਪੋਰਟਾਂ ਉਮੀਦ ਕਰਦੇ ਆ ਕਿ ਕੱਲ ਖੁੱਲ ਜਾਣਗੀਆਂ। ਜੇ ਨਹੀਂ ਖੁੱਲਣਗੀਆਂ ਤੇ ਇਸ ਮੁੱਦੇ ਤੇ ਸਿਆਸਤ ਘੱਟ ਤੋਂ ਘੱਟ ਚੋਣਾਂ ਤੱਕ ਤੇ ਚੱਲਣੀ ਹੈ। ਔਰ ਮੁੱਖ ਮੰਤਰੀ ਚੰਨੀ ਉਹਨਾਂ ਨੂੰ ਵੀ ਜਵਾਬ ਦੇਣਾ ਹੀ ਪੈਣਾ ਅਖੀਰ ਵਿੱਚ ਕਿ ਉਹ ਵੀ ਇਹਨਾਂ ਰਿਪੋਰਟਾਂ ਨੂੰ ਜਨਤਕ ਕਰਨ ਕਿਉਂ ਨਹੀਂ ਕਰ ਰਹੇ ਤੇ ਕੌਣ ਰੋਕ ਰਿਹਾ ਹੈ। ਚਲੋ ਇਹ ਬੜਾ ਇੰਟਰਸਟਿੰਗ ਮੁੱਦਾ ਹੈਗਾ। ਇਹ ਘੱਟ ਤੋਂ ਘੱਟ ਚੋਣਾਂ ਤੱਕ ਤੇ ਚੱਲਣਾ ਹੈ। ਜੇ ਕੱਲ ਕੋਰਟ ਦੇ ਵਿੱਚ ਕੁਝ ਨਹੀਂ ਹੁੰਦਾ ਤਾਂ। ਜੀ ਭਾਸਕਰ ਸਾਹਿਬ, ਇਹ ਬਹੁਤ ਖਤਰਨਾਕ ਦੌਰ ਹੈ। ਇਸ ਦੌਰ ਦੇ ਵਿੱਚ ਇਹ ਫੈਸਲੇ ਹੋਣੇ ਆ। ਆਮ ਤੌਰ ਤੇ ਲਥਾਰਜਿਕ ਕਿਸਮ ਦੀ ਪ੍ਰਸ਼ਾਸਨਿਕ ਵਿਵਸਥਾ ਤੁਹਾਨੂੰ ਵੀ ਸੁਸਤ ਕਰ ਦਿੰਦੀ ਆ, ਪੂਰੇ ਮੁਆਸ਼ਰੇ ਨੂੰ ਸੁਸਤ ਕਰ ਦਿੰਦੀ ਆ। ਕੈਪਟਨ ਅਮਰਿੰਦਰ ਸਿੰਘ ਦੋਸ਼ ਝੇਲੀ ਗਏ, ਲੇਕਿਨ ਐਕਸ਼ਨ 'ਚ ਬਹੁਤ ਘੱਟ ਆਏ। ਸਰਕਾਰ ਜਿਵੇਂ ਜੂੰ ਦੀ ਤੋਰੇ ਤੁਰਦੀ ਰਹੀ, ਉਹ ਇੱਕ ਅਲੱਗ ਵਿਸ਼ਾ ਹੈ। ਲੇਕਿਨ ਜਦੋਂ ਹੁਣ ਇਹ ਕੰਪੀਟੀਸ਼ਨ ਹੈ, ਇਹ ਮੁਕਾਬਲਾ ਹੈ, ਇਸ ਮੁਕਾਬਲੇ 'ਚ ਦੋ ਧਿਰਾਂ ਆਮਣੇ ਸਾਹਮਣੇ ਆ। ਵਿਦਿਨ ਦਾ ਪਾਰਟੀ ਪੋਲਿਟਿਕਸ ਹੈ, ਉਸ ਪੋਲਿਟਿਕਸ ਨੇ ਰੰਗ ਤਾਂ ਵਿਖਾਉਣਾ ਹੀ ਆ। ਪੰਜਾਬ ਦੇ ਲੋਕ ਦੇਰ ਬਾਅਦ ਐਸੀ ਰਾਜਨੀਤੀ ਦੇਖ ਰਹੇ ਆ। ਬਹੁਤ ਪਹਿਲਾਂ ਕੈਰੋਂ ਦੇ ਦੌਰ ਦੇ ਵਿੱਚ, ਉਸ ਤੋਂ ਬਾਅਦ ਜਿਹੜੇ ਵੱਡੇ ਧਨੱਤਰ ਅੰਦਰਲੀ ਖਹਿਬਾਜ਼ੀ 'ਚ ਚੱਲਦੇ ਹੁੰਦੇ ਸੀ, ਜਦੋਂ ਲੀਡਰਸ਼ਿਪ ਨਿਖਰ ਕੇ ਨਿੱਤਰ ਕੇ ਪਾਰਟੀਆਂ ਦੇ ਵਿੱਚ ਵੀ ਆਉਂਦੀ ਸੀਗੀ, ਹੁਣ ਤਾਂ ਵਿਅਕਤੀ ਵਿਸ਼ੇਸ਼ ਹੋ ਗਏ। ਇੱਕ ਇੱਕ ਵਿਅਕਤੀ ਦੁਆਲੇ ਸਾਰੇ ਘੁੰਮੀ ਜਾਂਦੇ ਆ ਤੇ ਬਾਕੀ ਗੌਣ ਹੋ ਜਾਂਦੇ। ਇੱਕ ਵੱਡਾ ਇੰਨਾ ਹੋ ਜਾਂਦਾ, ਜਿਵੇਂ ਚੀਨ ਦੇ ਵਿੱਚ ਉਹਨਾਂ ਦੇ ਰਾਸ਼ਟਰਪਤੀ ਕੋਲ ਅਥਾਹ ਸ਼ਕਤੀਆਂ ਨੇ, ਇਸੇ ਤਰੀਕੇ ਨਾਲ ਸੋਵੀਅਤ ਯੂਨੀਅਨ ਦੇ ਵਿੱਚ, ਰੂਸ ਦੇ ਵਿੱਚ ਵੀ ਇਸੇ ਤਰ੍ਹਾਂ ਨੇ। ਸਾਡੇ ਵੀ ਇੱਥੇ ਤਾਕਤਵਰ ਬੰਦੇ ਇੰਨੇ ਹੋ ਗਏ, ਇੱਕ ਇੱਕ ਪਰਿਵਾਰ 'ਚ ਇੱਕ ਇੱਕ ਜੀ ਏਡਾ ਵੱਡਾ ਹੋ ਜਾਂਦਾ, ਤੇ ਪਾਰਟੀਆਂ ਦੇ ਵਿੱਚ ਵੀ ਇਵੇਂ ਹੀ ਆ। ਖੈਰ, ਬੜੀ ਦੇਰ ਬਾਅਦ ਇਹ ਪੋਲਿਟਿਕਸ ਆਈ ਆ, ਜਿੱਥੇ ਲੋਕਤੰਤਰਿਕ ਦੀ ਪ੍ਰਕਿਰਿਆ ਲੱਗਦੀ ਆ। ਇੱਕ ਦੀ ਟੰਗ ਦੂਜਾ ਫੜੀ ਫਿਰਦਾ, ਦੂਜੇ ਦੇ ਗਲੇ 'ਚ ਕੋਈ ਜੱਫੀ ਪਾਈ ਫਿਰਦਾ, ਤੀਜੇ ਨੂੰ ਕੋਈ ਖਿੱਚ ਕੇ ਲੈ ਜਾਂਦਾ। ਇਹ ਧੜੇਬੰਦੀਆਂ, ਗਰੁੱਪਬੰਦੀਆਂ ਕਾਂਗਰਸ ਲਈ ਪਤਾ ਨਹੀਂ ਚੰਗੀਆਂ ਕਿ ਮਾੜੀਆਂ, ਪਰ ਪੰਜਾਬ ਨੂੰ ਇਹਦਾ ਫਾਇਦਾ ਹੋ ਰਿਹਾ। ਇਸ ਲੜਾਈ ਦੇ ਵਿੱਚ, ਇਹਨਾਂ ਰੌਲਿਆਂ ਦੇ ਵਿੱਚ, ਚਿਹਰਿਆਂ ਦੀ ਲੜਾਈ ਦੇ ਵਿੱਚ ਪੰਜਾਬ ਨੂੰ ਉਹਦੇ ਮੁੱਦੇ ਐਡਰੈਸ ਹੁੰਦੇ ਦਿਸਦੇ ਆ। ਆ ਵੱਖਰੀ ਗੱਲ ਆ ਕਿ ਅੱਜ ਜਦੋਂ ਮੁੱਖ ਮੰਤਰੀ ਸਾਹਿਬ ਕਿਸਾਨਾਂ ਨੂੰ ਮਿਲਦੇ ਆ, ਉਹ ਇੰਨੇ ਸਾਰੇ ਐਲਾਨ ਕਰ ਦਿੰਦੇ ਆ। ਮੈਨੂੰ ਸਮਝ ਨਹੀਂ ਆਈ ਕਿ ਇੰਨੇ ਪੈਸੇ ਆਉਣੇ ਕਿੱਥੋਂ, 12 ਤੋਂ 17,000। ਹਾਲਾਂਕਿ ਕਿਸਾਨਾਂ ਲਈ 17,000 ਵੀ ਥੋੜਾ ਜ਼ਿਆਦਾ ਦੇਣਾ ਚਾਹੀਦਾ। ਜਿਹਦੀ 50,000 ਦੀ ਫਸਲ ਮਰ ਗਈ, ਉਹਨੂੰ 50,000 ਨਹੀਂ ਤਾਂ ਅੱਧਾ ਤਾਂ ਦੇਣਾ ਬਣਦਾ। ਪਰ ਜਦੋਂ ਇੱਕ ਕਿਸਾਨ ਆਗੂ ਆਖਦੇ ਕਿ ਜਦੋਂ ਅਸੀਂ ਪੁੱਛਿਆ ਕਿ ਮੁੱਖ ਮੰਤਰੀ ਸਾਹਿਬ ਐਲਾਨ ਤਾਂ ਬੜੇ ਸੋਹਣੇ ਆ, ਪੈਸੇ ਕਿੱਥੋਂ ਆਉਣਗੇ, ਤੇ ਮੁੱਖ ਮੰਤਰੀ ਸਾਹਿਬ ਚੁੱਪ ਕਰ ਗਏ। ਯਾਰ, ਇਹ ਲੜਾਈਆਂ ਤੇ ਇਹ ਦੌਰ ਚੱਲਦੇ ਰਹਿਣਗੇ। ਭਾਸਕਰ ਸਾਹਿਬ, ਜਾਂਦੇ ਜਾਂਦੇ ਇੱਥੇ ਵੀ ਟਿੱਪਣੀ ਦੇ ਜੋ, ਸਮਾਂ ਵਾਵਾ ਹੋ ਗਿਆ। ਵੈਸੇ ਦੇਖੋ, ਅੱਜ ਜਿਹੜੀ ਮੀਟਿੰਗ ਸੀਗੀ ਕਿਸਾਨਾਂ ਦੇ ਨਾਲ ਮੁੱਖ ਮੰਤਰੀ ਦੀ, ਉਸ ਤੋਂ ਪਹਿਲੇ ਮਾੜੇ ਮੋਟੇ ਰਫੜ ਪਏ ਜਦ ਕਿਸਾਨਾਂ ਨੂੰ ਧੱਕੇ ਮਾਰੇ ਔਰ ਜਦ ਮੁੱਖ ਮੰਤਰੀ ਪੰਜਾਬ ਭਵਨ ਦੇ ਵਿੱਚ ਐਂਟਰੀ ਮਾਰ ਰਹੇ ਸੀ। ਚਲੋ, ਸੁਲਹ ਸਫਾਈ ਹੋ ਗਈ, ਅੱਧਾ ਪੌਣਾ ਘੰਟਾ ਲੱਗਿਆ ਜ਼ਰੂਰ, ਔਰ ਉਹ ਮੀਟਿੰਗ ਸ਼ੁਰੂ ਹੋਈ। ਪੈਂਦੇ ਸੱਟੇ 18 ਡਿਮਾਂਡਾਂ ਕਿਸਾਨਾਂ ਨੇ ਰੱਖੀਆਂ। ਉਹਨਾਂ ਨੇ ਕਿਹਾ ਓਕੇ ਜੀ। ਇੱਕ ਡਿਮਾਂਡ ਜਿਹਦੇ ਉੱਤੇ ਕਰਜ਼ਾ ਮਾਫੀ ਦੇ ਉੱਤੇ ਜਿਹੜੀ ਡਿਮਾਂਡ ਸੀਗੀ, ਉਹ ਕਿਸੇ ਨੇ ਯਾਦ ਦਿਲਾਇਆ ਕਿ ਵੀ ਆਹ ਡਿਮਾਂਡ ਕਿੱਦਾਂ ਪੂਰੀ ਹੋਏਗੀ, ਪੈਸਾ ਹੈਗਾ। ਤੇ ਪੈਸੇ ਦੀ ਗੱਲ ਤੇ ਨਹੀਂ ਹੋਈ, ਪਰ ਇਸ ਮੁੱਦੇ ਦੇ ਉੱਤੇ ਇਹ ਕਿਹਾ ਗਿਆ ਕਿ 4-5 ਦਿਨਾਂ ਦੇ ਵਿੱਚ ਆਪਾਂ ਦੁਬਾਰਾ ਮੀਟਿੰਗ ਕਰਕੇ ਇਸ ਮੁੱਦੇ ਨੂੰ ਵੀ ਹੱਲ ਕਰਾਂਗੇ। ਭਾਵੇਂ ਉਹ ਕੰਪਨਸੇਸ਼ਨ ਨੂੰ ਵਧਾਉਣ ਦੀ ਗੱਲ ਹੋਏ, ਭਾਵੇਂ ਉਹ ਸਾਰੇ ਜਿਹੜੇ ਕੇਸਿਸ ਹੈਗੇ ਹੈ, ਜਿਹੜੇ FIR ਦਰਜ ਹੋਈ ਹੈ ਕਿਸਾਨਾਂ ਦੇ ਉੱਤੇ, ਉਹਨਾਂ ਦੀ ਗੱਲ ਹੋਏ। ਫਿਰੋਜ਼ਪੁਰ ਦੇ ਵਿੱਚ ਜੋ ਕੁਝ ਪਿਛਲੇ ਦਿਨੋਂ ਅਕਾਲੀ ਆਗੂਆਂ ਦੇ ਨਾਲ ਕਿਸਾਨਾਂ ਦਾ ਝਗੜਾ ਹੋਇਆ ਸੀਗਾ, ਉਸ ਮੁੱਦੇ ਤੇ ਹਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ। ਆਹ ਮੁੱਦਾ, ਯਾਨੀ 18 ਦੇ ਕਰੀਬ ਮੁੱਦੇ ਉਹ ਕਿਸਾਨਾਂ ਨੇ ਰੱਖੇ ਸੀ। 17 ਅੱਜ ਹੀ ਓਕੇ ਹੋ ਗਏ। ਇੱਕ ਮੁੱਦੇ ਦੇ ਉੱਤੇ ਦੁਬਾਰਾ ਮੀਟਿੰਗ ਹੋਏਗੀ। ਆ ਜਿਹੜੀ ਮੀਟਿੰਗ ਅੱਜ ਦੀ ਸਵੇਰੇ ਹੋਈ ਸੀ, ਉਹ ਓਕੇ ਵਾਲੀ ਸੀਗੀ। ਤੇ ਉਹਦੇ ਵਿੱਚ ਭਾਵੇਂ 25 ਮੰਗਾਂ ਹੁੰਦੀਆਂ, ਭਾਵੇਂ 50 ਹੁੰਦੀਆਂ, CM ਸਾਹਿਬ ਦੀ ਤਰਫੋਂ ਓਕੇ ਤੇ ਓਕੇ ਹੀ ਆਣਾ ਸੀਗਾ। ਆਪਾਂ ਨਾਰਾਜ਼ ਕੋਈ ਨਹੀਂ ਕਰਨਾ ਇਸ ਦੌਰ 'ਚ, ਇਸ ਮੌਕੇ ਤੇ ਇਲੈਕਸ਼ਨ ਦੇ ਸਾਹਮਣੇ ਨਾਰਾਜ਼ ਕੋਈ ਨਹੀਂ ਕਰਨਾ। ਉਹ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਮੈਂ ਤਾਂ ਦੇਖੋ, ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਆ ਮਾਸਟਰਾਂ ਵਾਲੀ ਗੱਲ, ਅਧਿਆਪਕਾਂ ਵਾਲੀ ਤੇ ਨਰਸਾਂ ਵਾਲੀ, ਉਹ ਕਹਿੰਦੇ ਜੀ ਬਾਕੀ ਅਸੀਂ ਸਾਰੇ ਮੁਲਾਜ਼ਮ ਸੈਟਲ ਕਰ ਲਿਆ। ਮੈਂ ਸਰਦਾਰ ਪ੍ਰਗਟ ਸਿੰਘ ਨੂੰ ਕਹਿਤਾ ਤੇ ਉਧਰੋਂ ਹੈਲਥ ਵਾਲਿਆਂ ਨੂੰ ਕਹਿਤਾ ਵੀ ਇਹ ਜਿੱਦਾਂ ਕਿੱਦਾਂ ਵੀ ਨਿਬੇੜੋ, ਤੇ ਵੀ ਆਪਾਂ ਨਿਬੇੜ ਦੇਣਾ। ਮਤਲਬ ਇਲੈਕਸ਼ਨ ਤੋਂ ਪਹਿਲਾਂ ਆਪਾਂ ਨਾ ਖੁਸ਼ ਕੋਈ ਨਹੀਂ ਰਹਿਣ ਦੇਣਾ। ਖੈਰ, ਪੰਜਾਬ ਦੀ ਰਾਜਨੀਤੀ ਆ, ਕਿਸ ਕਰਵਟ ਬੈਠਦੀ ਆ, ਇਹ ਦੇਖਣਾ ਹੋਊਗਾ। ਲੇਕਿਨ ਨੋ ਡਾਊਟ
ਇਸ ਵੇਲੇ ਸਰਕਾਰ ਤੇਜ਼ੀ ਨਾਲ ਅੱਗੇ ਵਧ ਰਹੀ ਹੈ, ਲੇਕਿਨ ਇਹ ਕਵਾਇਦ ਕਿੰਨੀ ਦੇਰ ਤੱਕ ਕਾਇਮ ਰਹਿੰਦੀ ਆ? ਖੁਦਾ ਨਾ ਖਾਸਤਾ ਜੇ ਸਰਕਾਰ ਬਦਲ ਜਾਂਦੀ ਹੈ ਤਾਂ ਆਉਂਦੀ ਸਰਕਾਰ ਇਹਨਾਂ ਫੈਸਲਿਆਂ ਤੇ ਗੱਲ ਕਰੂਗੀ, ਅੱਗੇ ਵਧਾਊਗੀ। ਤੇ ਜੇ ਇਹੀ ਸਰਕਾਰ ਰਿਪੀਟ ਹੁੰਦੀ ਆ ਤਾਂ ਕੀ ਇੰਨੇ ਸਰੋਤ, ਇੰਨੇ ਸਾਧਨ ਹੈਗੇ ਆ ਕਿ ਇੰਨੇ ਕੀਤੇ ਹੋਏ ਐਲਾਨ ਉਹਨਾਂ ਤੇ ਕਾਇਮ ਰਿਹਾ ਜਾਊਗਾ, ਜਾਂ ਫਿਰ ਇਹ 100 ਦੀ ਸਪੀਡ ਤੇ ਚੱਲਦੀ 5-7 ਦੀ ਸਪੀਡ ਤੇ ਆ ਕੇ ਖਲੋਤਿਆਂ ਵਰਗੀ ਹੋ ਜੂ? ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।